ਗੁੱਡ ਮਾਰਨਿੰਗ ਸਟੂਡੈਂਟਸ। ਤੋਂ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਡਿਸਕਸ਼ਨ ਕੀਤੀ ਸੀਗੀ ਕਿ ਮੈਟਰ ਕੀ ਹੁੰਦਾ। ਅੱਜ ਆਪਾਂ ਉਹਦੇ ਬਾਰੇ ਥੋੜਾ ਜਿਹਾ ਹੋਰ ਇਹਦੇ ਵਿੱਚ ਇਨਫੋਰਮੇਸ਼ਨ ਆ ਲੈਂਦੇ ਕਿ ਆਪਾਂ ਇਹ ਚੀਜ਼ ਬਾਰੇ ਡਿਸਕਸ਼ਨ ਹੋ ਰਹੀ ਸੀਗੀ ਕਿ ਮੈਟਰ ਦੇ ਅਲੱਗ-ਅਲੱਗ ਹਿੱਸੇ ਹੁੰਦੇ ਆ। ਆਪਣੇ ਆਸ-ਪਾਸ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਆਪਾਂ ਉਹਨਾਂ ਨੂੰ ਡਿਵਾਈਡ ਕਿੱਦਾਂ ਕਰ ਸਕਦੇ ਹਾਂ ਵੱਖਰੇ-ਵੱਖਰੇ ਪਾਰਟਸ ਦੇ ਵਿੱਚ। ਅੱਜ ਆਪਾਂ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਡਿਸਕਸ ਕਰਦੇ ਹਾਂ ਵੀ ਪਿਓਰ ਸਬਸਟੈਂਸਿਸ ਕੀ ਹੁੰਦੇ। ਠੀਕ ਆ, ਪਿਓਰ ਸਬਸਟਾਂਸ, ਪਿਓਰ ਵਰਡ ਦਾ ਮਤਲਬ ਹੁੰਦਾ ਬਿਲਕੁਲ ਹੀ ਸਾਫ਼ ਹੋਣਾ। ਠੀਕ ਆ, ਜਿਹਦੇ ਵਿੱਚ ਇੱਕੋ ਜਿਹੇ ਹੀ ਸਾਰੇ ਐਟਮ ਜਾਂ ਫਿਰ ਮੋਲੀਕਿਊਲ ਇੱਕੋ ਜਿਹੀ ਚੀਜ਼ ਹੀ ਹੋਵੇ। ਜਿੱਦਾਂ ਮੰਨ ਲਓ ਕਿ ਤੁਸੀਂ ਸ਼ੂਗਰ ਲਿੱਤੀ ਆ, ਉਹ ਸ਼ੂਗਰ ਵਿੱਚ ਸਿਰਫ ਸ਼ੂਗਰ ਹੀ ਹੋਵੇ, ਕੁਝ ਵੀ ਹੋਰ ਨਾ ਪਾਇਆ ਹੋਵੇ। ਮੰਨ ਲਓ ਜੇ ਤੁਸੀਂ ਸ਼ੂਗਰ ਦੇ ਵਿੱਚ ਸੋਲਟ ਪਾ ਦਿੰਦੇ ਆ ਜਾਂ ਸ਼ੂਗਰ ਵਿੱਚ ਕੁਝ ਹੋਰ ਪਾਇਆ ਹੋਇਆ, ਕੋਈ ਇੰਪਿਓਰਿਟੀ ਆ, ਕੋਈ ਮਤਲਬ ਖਰਾਬ ਚੀਜ਼ ਆ, ਫਿਰ ਉਹ ਸ਼ੂਗਰ ਆਪਣੀ ਇੰਪਿਓਰ ਹੋ ਜਾਂਦੀ ਹੈ। ਠੀਕ ਆ ਨਾ। ਵਾਟਰ ਆ, ਵਾਟਰ ਵਿੱਚ ਆਪਾਂ ਕੁਝ ਹੋਰ ਪਾਤਾ, ਫਿਰ ਉਹ ਇੰਪਿਓਰ ਹੋ ਜਾਂਦਾ, ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਵਾਟਰ ਜੇਕਰ ਸਿਰਫ ਇਕੱਲਾ ਵਾਟਰ ਹੀ ਆ 100%, ਫਿਰ ਉਹ ਬਣ ਜਾਂਦਾ ਪਿਓਰ ਸਬਸਟੈਂਸ। ਠੀਕ ਆ। ਸੋ ਹੀ ਆਪਾਂ ਇੱਥੇ ਲਿਖਿਆ ਹੋਇਆ ਕਿ ਵਿਚ ਕੰਸਿਸਟ ਆਫ ਏ ਸਿੰਗਲ ਟਾਈਪ ਆਫ ਦਾ ਪਾਰਟੀਕਲਸ ਐਂਡ ਆਲ ਆਰ ਸੇਮ ਇਨ ਦਾ ਕੈਮੀਕਲ ਨੇਚਰ। ਕੈਮੀਕਲ ਨੇਚਰ ਸੇਮ ਹੋਣ ਦਾ ਮਤਲਬ ਕਿ ਵਾਟਰ ਦਾ ਫਾਰਮੂਲਾ H2O ਆ ਤੇ ਸਾਰੇ ਕਿਤੇ H2O ਵਾਲੇ ਹੀ ਮੋਲੀਕਿਊਲ ਹੋਣਗੇ ਉਹਦੇ ਵਿੱਚ। ਪਿਓਰ ਸਬਸਟੈਂਸਿਸ ਵੀ ਦੋ ਟਾਈਪ ਦੇ ਹੁੰਦੇ ਆ ਵੀ। ਇੱਕ ਹੁੰਦੇ ਐਲੀਮੈਂਟਸ। ਐਲੀਮੈਂਟਸ ਦੀ ਤੁਸੀਂ ਡੈਫੀਨੇਸ਼ਨ ਇੱਕ ਵਾਰੀ ਰੀਡ ਕਰਨੀ ਹੈ, ਉਤਾਰ ਵੀ ਲੈਣੀਆਂ ਸਾਰੀਆਂ। ਇਹ ਪਿਓਰ ਸਬਸਟੈਂਸ ਵਿਚ ਕੈਨ ਨਾਈਦਰ ਬੀ ਡੀਕੰਪੋਜ਼, ਜਿਹਨੂੰ ਆਪਾਂ ਤੋੜ ਨਹੀਂ ਸਕਦੇ ਤੇ ਨਾ ਹੀ ਉਹਨੂੰ ਤੁਸੀਂ ਬਣਾ ਸਕਦੇ। ਠੀਕ ਆ। ਫਰੋਮ ਸਿੰਪਲ ਸਬਸਟੈਂਸਿਸ, ਆਪਾਂ ਕਿਸੇ ਵੀ ਸਿੰਪਲ ਚੀਜ਼ ਨੂੰ ਯੂਜ਼ ਕਰਕੇ ਉਹਨੂੰ ਨਾ ਹੀ ਤਾਂ ਬਣਾ ਸਕਦੇ ਹਾਂ, ਨਾ ਹੀ ਆਪਾਂ ਉਸ ਬਣਾਈ ਹੋਈ ਚੀਜ਼ ਨੂੰ ਤੋੜ ਸਕਦੇ। ਜਿੱਦਾਂ ਮਤਲਬ ਆਕਸੀਜਨ ਆ ਤੁਹਾਡੇ ਕੋਲ, ਆਪਣੇ ਆਸ-ਪਾਸ ਹਵਾ ਦੇ ਵਿੱਚ ਆਕਸੀਜਨ ਗੈਸ ਆ। ਹੁਣ ਆਪਾਂ ਕਿਸੇ ਚੀਜ਼ ਤੋਂ ਆਕਸੀਜਨ ਐਟਮ ਥੋੜੀ ਬਣਾ ਲਾਂਗੇ। ਠੀਕ ਆ ਨਾ। ਆਪਾਂ ਆਕਸੀਜਨ ਤੋਂ ਹੀ ਆਕਸੀਜਨ ਨੂੰ ਬਣਾ ਸਕਦੇ ਹਾਂ, ਕਿਸੇ ਆਕਸਾਈਡ ਨੂੰ ਹੀਟ ਕਰਕੇ ਆਕਸੀਜਨ ਨੂੰ ਬਣਾ ਸਕਦੇ ਹਾਂ। ਤੇ ਨਾ ਹੀ ਆਪਾਂ ਆਕਸੀਜਨ ਐਟਮ ਨੂੰ ਬ੍ਰੇਕ ਕਰਕੇ ਅੱਗੇ ਕੋਈ ਹੋਰ ਐਟਮ ਬਣਾ ਲਈਏ। ਇਹ ਨਹੀਂ ਵੀ ਆਪਣੇ ਕੋਲ ਇੱਕ ਆਕਸੀਜਨ ਐਟਮ ਆ, ਆਪਾਂ ਉਹਨੂੰ ਬ੍ਰੇਕ ਕੀਤਾ ਤੇ ਉਤੋਂ ਕੋਈ ਹੋਰ ਹੀ ਐਟਮ ਬਣ ਗਿਆ, ਇਦਾਂ ਨਹੀਂ ਹੁੰਦੀ। ਠੀਕ ਆ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਜਿੱਦਾਂ ਫੋਰ ਐਗਜ਼ਾਮਪਲ ਆਪਣੇ ਕੋਲ ਟੋਟਲ 118 ਐਲੀਮੈਂਟ ਆ, ਤੁਸੀਂ ਪੀਰੀਓਡਿਕ ਟੇਬਲ ਦੇ ਵਿੱਚ ਦੇਖਿਆ ਹੋਣਾ। ਇਹਨਾਂ 118 ਐਲੀਮੈਂਟਸ ਨੂੰ ਯੂਜ਼ ਕਰਕੇ ਹੀ ਯੂਨੀਵਰਸ ਦੇ ਵਿੱਚ, ਅਰਥ ਦੇ ਉੱਪਰ ਜਿੰਨੀਆਂ ਵੀ ਚੀਜ਼ਾਂ ਵਾ, ਜੋ ਵੀ ਆਪਾਂ ਖਾਂਦੇ ਆ, ਯੂਜ਼ ਕਰਦੇ ਆ, ਹਰ ਇੱਕ ਚੀਜ਼ ਦੇ ਵਿੱਚ ਇਹੀ 118 ਐਲੀਮੈਂਟ ਹੁੰਦੇ। ਇਹਨਾਂ ਵਿੱਚੋਂ ਹੀ ਕੋਈ ਨਾ ਕੋਈ ਐਲੀਮੈਂਟ ਹੁੰਦਾ ਵਾ। ਜਿੱਦਾਂ ਕਿ ਕਹਿ ਸਕਦੇ ਹਾਂ ਆਕਸੀਜਨ ਆ, ਹਵਾ ਦੇ ਵਿੱਚ ਏਅਰ ਆ, ਆਪਣੀ ਬੋਡੀ ਦੇ ਵਿੱਚ ਕਾਰਬਨ ਆ, ਹਾਈਡਰੋਜਨ ਆ, ਨਾਈਟ੍ਰੋਜਨ ਆ, ਫੋਸਫੋਰਸ ਆ, ਕੈਲਸ਼ੀਅਮ ਆ। ਇਹੀ ਸਾਰੇ ਐਲੀਮੈਂਟਸ ਨੂੰ ਯੂਜ਼ ਕਰਕੇ ਅਰਥ ਦੀਆਂ ਜਾਂ ਆਪਣੇ ਬੋਡੀ ਦੀਆਂ ਹਰ ਇੱਕ ਚੀਜ਼, ਨੇਚਰ ਨੇ ਜੋ ਕੁਝ ਵੀ ਬਣਾਇਆ ਉਹ ਸਾਰਾ ਕੁਝ ਇਹਨਾਂ ਤੋਂ ਹੀ ਬਣਾਇਆ। ਸੋ ਐਲੀਮੈਂਟਸ ਨੂੰ ਜੇ ਆਪਾਂ ਸਿੰਪਲੀ ਡਿਵਾਈਡ ਕਰਕੇ ਦੇਖੀਏ, ਇੱਕ ਹੁੰਦੇ ਆ ਮੈਟਲਸ ਹੁੰਦੇ ਆ, ਇੱਕ ਹੁੰਦੇ ਆ ਨੋਨ ਮੈਟਲਸ, ਇੱਕ ਹੁੰਦੇ ਆ ਮੈਟਲੋਇਡਸ। ਮੈਟਲਸ ਹੁੰਦੇ ਆ ਜਿਹੜੇ ਆਪਾਂ ਨੋਰਮਲੀ ਯੂਜ਼ ਕਰਦੇ, ਜਿੱਦਾਂ ਆਇਰਨ ਹੋ ਗਿਆ, ਕੋਪਰ ਹੋ ਗਿਆ, ਜ਼ਿੰਕ ਹੋ ਗਿਆ ਜਾਂ ਫਿਰ ਐਲੂਮੀਨੀਅਮ ਹੋ ਗਿਆ, ਇਹ ਸਾਰੇ ਹੁੰਦੇ ਮੈਟਲਸ। ਨੋਨ ਮੈਟਲਸ ਜਿੱਦਾਂ ਕਿ ਜਿੱਦਾਂ ਕਿ ਆਕਸੀਜਨ ਹੁੰਦੀ ਆ ਜਾਂ ਫਿਰ ਹਾਈਡਰੋਜਨ ਗੈਸ ਹੁੰਦੀ ਆ, ਇੱਦਾਂ ਦੀਆਂ ਸਿੰਪਲ ਚੀਜ਼ਾਂ ਹੁੰਦੀਆਂ ਵਾ। ਅਤੇ ਮੈਟਲੋਇਡਸ ਜਿਨ੍ਹਾਂ ਦੇ ਕੋਲ ਨਾ ਦੋਨਾਂ ਦੀਆਂ ਪ੍ਰੋਪਰਟੀਜ਼ ਹੀ ਹੋਣ, ਮਤਲਬ ਥੋੜ੍ਹਾ ਜਿਹਾ ਬਿਹੇਵੀਅਰ ਉਹਨਾਂ ਵਰਗਾ ਅਤੇ ਥੋੜ੍ਹਾ ਜਿਹਾ ਬਿਹੇਵੀਅਰ ਉਹਨਾਂ ਵਰਗਾ, ਮਤਲਬ ਅੱਧ ਵਿਚਕਾਲੇ ਹੁੰਦੇ ਆ ਇਹ। ਜਿੱਦਾਂ ਕਿ ਸਿਲੀਕੋਨ ਹੁੰਦਾ ਅਤੇ ਜਰਮੇਨੀਅਮ ਹੁੰਦਾ। ਠੀਕ ਆ, ਇਹ ਵੀ ਦੋਨੋਂ ਬੜੇ ਹੀ ਇੰਪੋਰਟੈਂਟ ਕੰਪਾਊਂਡ ਆ। ਆਪਾਂ ਜਿੰਨਾ ਵੀ ਇਲੈਕਟ੍ਰੋਨਿਕਸ ਦਾ ਸਮਾਨ ਯੂਜ਼ ਕਰਦੇ ਆ ਨਾ, ਮੋਬਾਈਲ ਜਿੱਦਾਂ ਹੁਣ ਆਪਾਂ ਯੂਜ਼ ਕਰ ਰਹੇ ਹਾਂ, ਇਹਦੇ ਅੰਦਰਲਾ ਜੋ ਮਟੀਰੀਅਲ ਆ ਉਹ ਸਾਰਾ ਕੁਝ ਇਹਨਾਂ ਨੂੰ ਯੂਜ਼ ਕਰਕੇ ਹੀ ਬਣਾਇਆ ਜਾਂਦਾ। ਆ ਦੇਖੋ ਵੀ ਐਟਮ ਅਸਲ ਦੇ ਵਿੱਚ ਵੇਖਣ ਨੂੰ ਕਿੱਦਾਂ ਦਾ ਹੋ ਸਕਦਾ। ਵੈਸੇ ਆਪਾਂ ਆਈਜ਼ ਨਾਲ ਵੇਖ ਨਹੀਂ ਸਕਦੇ, ਬਟ ਬਹੁਤ ਹੀ ਐਡਵਾਂਸ ਜਿਹੜੀਆਂ ਆਪਣੇ ਕੋਲ ਅੱਜ ਕੱਲ੍ਹ ਟੈਕਨੋਲੋਜੀਸ ਨਾਲ ਉਹਦੀ ਆਪਾਂ ਇੱਕ ਇਮੇਜ ਬਣਾਈ ਹੈ ਐਟਮ ਦੀ, ਉਹ ਇੱਕ ਬੋਲ ਵਰਗਾ ਹੁੰਦਾ। ਠੀਕ ਆ, ਆਪਾਂ ਉਹਨੂੰ ਅਜ਼ਿਊਮ ਕੀਤਾ ਹੋਇਆ ਕਿ ਐਟਮ ਇੱਕ ਬੋਲ ਵਰਗਾ ਹੁੰਦਾ, ਛੋਟੀ ਜਿਹੀ ਬੋਲ ਵਰਗਾ ਹੁੰਦਾ, ਮਤਲਬ ਗੋਲ ਸਫੈਰੀਕਲ ਸ਼ੇਪ ਹੁੰਦੀ ਆ ਉਹਦੀ। ਜਿੱਦਾਂ ਹਾਈਡਰੋਜਨ ਦੀ, ਫਿਰ ਆਕਸੀਜਨ ਆ, ਫਿਰ ਨਾਈਟ੍ਰੋਜਨ ਆ, ਫਿਰ ਕੋਪਰ ਆ, ਫਿਰ ਸੋਡੀਅਮ ਆ। ਇਹਨਾਂ ਨੇ ਨਾ ਇੱਥੇ ਸਾਈਜ਼ ਦੇ ਅਕੋਰਡਿੰਗ ਬਣਾਏ ਹੋਏ ਆ। ਇਹ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਕਿ ਹਾਈਡਰੋਜਨ ਛੋਟਾ ਵਾ, ਆਕਸੀਜਨ ਉਹ ਤੋਂ ਵੱਡਾ ਵਾ, ਤੇ ਨਾਈਟ੍ਰੋਜਨ ਉਹ ਤੋਂ ਵੱਡਾ ਵਾ, ਕੋਪਰ ਉਹ ਤੋਂ ਵੱਡਾ ਵਾ, ਤੇ ਸੋਡੀਅਮ ਸਭ ਤੋਂ ਵੱਡਾ ਇਹਨਾਂ ਦੇ ਵਿੱਚੋਂ। ਉਹਦਾ ਇਸ ਤੋਂ ਵੀ ਜ਼ਿਆਦਾ ਉੱਪਰ ਹੁੰਦੇ ਸਾਈਜ਼। ਹੁਣ ਦੇਖੋ ਵੀ ਜਦੋਂ ਦੋ ਐਟਮਸ ਨੂੰ ਆਪਾਂ ਜੋੜ ਦਿੰਦੇ ਹਾਂ, ਠੀਕ ਆ ਨਾ, ਮੰਨ ਲਓ ਦੋ ਹਾਈਡਰੋਜਨ ਤੇ ਹਾਈਡਰੋਜਨ ਦੇ ਐਟਮ ਜੁੜ ਕੇ ਕੀ ਬਣਾ ਲੈਂਦੇ ਆ, H2, ਦੋ H ਬਣ ਗਏ। ਇਹਨੂੰ ਆਪਾਂ ਕਹਿੰਦੇ ਆ ਮੋਲੀਕਿਊਲ। ਐਟਮਸ ਜੁੜ ਕੇ ਕੀ ਬਣਾ ਦਿੰਦੇ ਆ, ਮੋਲੀਕਿਊਲ। ਇਦਾਂ ਹੀ ਆਕਸੀਜਨ ਜੁੜ ਕੇ ਕੀ ਬਣਾ ਲੈਂਦੇ ਆ, ਆਕਸੀਜਨ ਦਾ ਮੋਲੀਕਿਊਲ। ਫਿਰ ਆ ਜਾਂਦੇ ਵੀ ਆਪਣੇ ਕੋਲ ਕੰਪਾਊਂਡਸ। ਕੰਪਾਊਂਡਸ ਵਿੱਚ ਆਪਾਂ ਕੀ ਕਰਦੇ ਆ, ਐਟਮਸ ਨੂੰ ਜੋੜਦੇ ਆ, ਬਟ ਐਟਮਸ ਉਹ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਜਿੱਦਾਂ ਕਿ ਵਾਟਰ ਹੋ ਗਿਆ,
ਇੱਕ ਆਕਸੀਜਨ ਦਾ ਐਟਮ ਆ, ਦੋ ਹਾਈਡਰੋਜਨ ਦੇ ਐਟਮ ਆ, ਕਾਰਬਨ ਡਾਈਆਕਸਾਈਡ ਹੋ ਗਈ, ਠੀਕ ਆ, ਇੱਕ ਸੀ ਐਟਮ ਆ, ਇੱਕ ਦੋ ਆਕਸੀਜਨ ਦੇ ਐਟਮ ਆ। ਇਹਨਾਂ ਨੂੰ ਆਪਾਂ ਜੋੜਦੇ ਹਾਂ ਤੇ ਇਹ ਸਬਸਟਾਂਸ ਵਿਚ ਇਜ਼ ਓਬਟੇਨਡ ਬਾਈ ਯੂਨੀਅਨ ਮਤਲਬ ਜੋੜਨਾ ਆਫ ਟੂ ਔਰ ਮੋਰ ਐਲੀਮੈਂਟਸ ਇਨ ਏ ਡੈਫੀਨੇਟ ਪ੍ਰਪੋਰਸ਼ਨ, ਇੱਕ ਖਾਸ ਅਮਾਊਂਟ ਉਹਨਾਂ ਦਾ ਆਪਾਂ ਯੂਜ਼ ਕਰਨਾ, ਠੀਕ ਆ। ਡੈਫੀਨੇਟ ਮਤਲਬ ਹੁੰਦਾ ਇੱਕ ਇਹ ਫਿਕਸ ਵੈਲਿਊ, ਤੇ ਪ੍ਰਪੋਰਸ਼ਨ ਮਤਲਬ ਵੀ ਜੇਕਰ ਇੱਕ ਨੂੰ ਇੱਕ ਯੂਜ਼ ਕੀਤਾ ਦੂਜੇ ਦੋ ਯੂਜ਼ ਕਰਨੇ ਆ, ਕਿੰਨੇ ਯੂਜ਼ ਕਰਨੇ ਉਹ ਆਪਾਂ ਨੂੰ ਫਾਰਮੂਲੇ ਤੋਂ ਸਾਰੀ ਜਾਣਕਾਰੀ ਮਿਲਦੀ, ਠੀਕ ਆ। ਇਹਨਾਂ ਨੂੰ ਬਾਅਦ 'ਚੋਂ ਆਪਾਂ ਡੀਕੰਪੋਜ਼ ਮਤਲਬ ਇਹਨਾਂ ਨੂੰ ਬ੍ਰੇਕ ਕਰਵਾ ਕੇ ਵਾਪਸ ਐਟਮਸ ਵੀ ਬਣਾ ਸਕਦੇ, ਠੀਕ ਆ। ਕੰਪਾਊਂਡਸ ਦੋ ਟਾਈਪ ਦੇ ਹੁੰਦੇ ਆ ਵੀ, ਇੱਕ ਹੁੰਦੇ ਇਨਆਰਗੈਨਿਕ, ਇੱਕ ਹੁੰਦੇ ਆਰਗੈਨਿਕ। ਆਰਗੈਨਿਕ ਉਹ ਚੀਜ਼ਾਂ ਹੁੰਦੀਆਂ ਜਿੰਨੀਆਂ ਚੀਜ਼ਾਂ ਦੇ ਵਿੱਚ ਜਾਨ ਆ, ਜਿੱਦਾਂ ਆਪਣੇ ਵਿੱਚ ਮਤਲਬ ਹਿਊਮਨਸ, ਐਨੀਮਲਸ, ਪਲਾਂਟਸ, ਜਿੰਨੀਆਂ ਵੀ ਚੀਜ਼ਾਂ ਦੇ ਵਿੱਚ ਜਾਨ ਹੁੰਦੀਆਂ, ਜਿਹੜੀਆਂ ਚੀਜ਼ਾਂ ਜੀਂਦੀਆਂ ਹੁੰਦੀਆਂ, ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ ਲਿਵਿੰਗ ਆਰਗੈਨਿਜ਼ਮਸ। ਲਿਵਿੰਗ ਸੋਰਸਿਸ ਤੋਂ ਜਿੰਨਾ ਕੁਝ ਵੀ ਓਬਟੇਨ ਹੁੰਦਾ ਉਹਨਾਂ ਨੂੰ ਆਪਾਂ ਕਹਿੰਦੇ ਆਰਗੈਨਿਕ ਕੰਪਾਊਂਡਸ। ਇਹ ਇਹਨਾਂ ਦੀ ਇੱਕ ਸਿੰਪਲ ਜੀ ਡੈਫੀਨੇਸ਼ਨ ਆ, ਅੱਗੇ ਜਾ ਕੇ ਆਪਾਂ ਇਹਨਾਂ ਬਾਰੇ ਹੋਰ ਰੀਡ ਕਰਾਂਗੇ। ਜਾਂ ਇਹ ਸਾਰੇ ਜਿੰਨੇ ਵੀ ਆਰਗੈਨਿਕ ਕੰਪਾਊਂਡਸ ਹੁੰਦੇ ਆ ਉਹਦੇ ਵਿੱਚ ਮੇਨਲੀ ਦੋ ਟਾਈਪ ਦੇ ਐਟਮ ਹੁੰਦੇ, ਇੱਕ ਹੁੰਦਾ ਉਹਨਾਂ ਦੇ ਵਿੱਚ ਕਾਰਬਨ, ਇੱਕ ਹੁੰਦਾ ਉਹਨਾਂ ਦੇ ਵਿੱਚ ਹਾਈਡਰੋਜਨ। ਬਾਕੀ ਤੁਸੀਂ ਬਾਇਓ ਦੇ ਵਿੱਚ ਵੀ ਇਹਦੇ ਬਾਰੇ ਬਹੁਤ ਕੁਝ ਰੀਡ ਕਰੋਗੇ। ਕਾਰਬਨ ਤੇ ਹਾਈਡਰੋਜਨ ਦੋ ਤਰ੍ਹਾਂ ਦੇ ਐਟਮਸ ਦੇ ਨਾਲ ਹੋਰ ਵੀ ਬਹੁਤ ਸਾਰੇ ਐਟਮਸ ਜਾਂ ਐਲੀਮੈਂਟਸ ਜੁੜ ਕੇ ਸਾਰੇ ਇਹ ਆਰਗੈਨਿਕ ਕੰਪਾਊਂਡ ਬਣਾਉਂਦੇ ਆ। ਇਸ ਕਰਕੇ ਆਪਾਂ ਇਹਨਾਂ ਦਾ ਨਾਮ ਰੱਖਿਆ ਹੋਇਆ ਹਾਈਡਰੋਕਾਰਬਨ, ਕਿਉਂਕਿ ਹਾਈਡਰੋਜਨ ਤੇ ਕਾਰਬਨ ਨੂੰ ਜੋੜ ਕੇ ਬਣਦੇ ਆ ਹਾਈਡਰੋਕਾਰਬਨ। ਆਪਣੀ ਬੋਡੀ ਦੇ ਵਿੱਚ ਆਪਣੀਆਂ ਖਾਣ ਪੀਣ ਵਾਲੀਆਂ ਚੀਜ਼ਾਂ, ਆਪਣੇ ਆਸ-ਪਾਸ ਜਿੰਨੇ ਵੀ ਪਲਾਂਟਸ ਆ, ਠੀਕ ਆ, ਇਹ ਸਾਰੀਆਂ ਚੀਜ਼ਾਂ ਆਰਗੈਨਿਕ ਕੰਪਾਊਂਡਸ ਤੋਂ ਹੀ ਬਣੀਆਂ ਹੋਈਆਂ, ਠੀਕ ਆ। ਇਸ ਕਰਕੇ ਇਹਨਾਂ ਦੀ ਸਟੱਡੀ ਕਰਨਾ ਆਪਣੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ, ਠੀਕ ਆ। ਦੂਜੀ ਟਾਈਪ ਇਹਦੇ ਵਿੱਚ ਹੁੰਦੀ ਆ ਇਨਆਰਗੈਨਿਕ ਕੰਪਾਊਂਡ। ਇਨਆਰਗੈਨਿਕ ਕੰਪਾਊਂਡ ਜਿਹੜੀਆਂ ਨੋਨ ਲਿਵਿੰਗ ਚੀਜ਼ਾਂ ਤੋਂ ਮਿਲਦੇ ਆ, ਜਿੱਦਾਂ ਆਪਣੇ ਆਸ-ਪਾਸ ਸੋਇਲ ਹੋ ਗਈ, ਠੀਕ ਆ, ਰੋਕਸ ਹੋ ਗਏ, ਸਟੋਨਸ ਹੋ ਗਏ, ਚਟਾਨਾਂ, ਜਿੱਦਾਂ ਅਰਥ ਦੀ ਕਹਿ ਸਕਦੇ ਹਾਂ ਖੁਦਾਈ ਕਰਨ ਤੋਂ ਬਾਅਦ ਚੋਂ ਉਹਨਾਂ ਦੇ ਅੰਦਰੋਂ ਬਹੁਤ ਸਾਰੇ ਜਿਹੜੇ ਆ ਕਹਿ ਸਕਦੇ ਰੋਕਸ ਬਾਹਰ ਕੱਢੇ ਜਾਂਦੇ ਆ, ਸਟੋਨਸ ਬਾਹਰ ਕੱਢੇ ਜਾਂਦੇ ਆ, ਉਹਨਾਂ ਵਿੱਚ ਜਿਹੜੇ ਐਲੀਮੈਂਟਸ ਹੁੰਦੇ, ਉਹਨਾਂ ਵਿੱਚ ਜਿਹੜੇ ਕੰਪਾਊਂਡ ਹੁੰਦੇ, ਜਿੱਦਾਂ NaCl ਆਪਾਂ ਯੂਜ਼ ਕਰਦੇ ਹਾਂ, ਖਾਣ ਵਾਲਾ ਨੂਨ ਹੁੰਦਾ, ਠੀਕ ਆ ਨਾ। ਤੇ ਇਹਦੇ ਤੁਸੀਂ ਕਹਿ ਸਕਦੇ ਕਿ ਸਾਰੇ ਮੈਟਲਸ ਹੋ ਗਏ, ਜਿੱਦਾਂ ਗੋਲਡ ਹੋ ਗਿਆ, ਸਿਲਵਰ ਹੋ ਗਿਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਉੱਥੋਂ ਮਿਲਦੀਆਂ ਜਿਨ੍ਹਾਂ ਵਿੱਚ ਕੋਈ ਜਾਨ ਨਹੀਂ ਹੁੰਦੀ, ਠੀਕ ਆ ਨਾ। ਮਤਲਬ ਅਰਥ ਦੇ ਵਿੱਚੋਂ, ਚਟਾਨਾਂ ਦੇ ਵਿੱਚੋਂ, ਜਾਂ ਫਿਰ ਕਹਿ ਸਕਦੇ ਇੱਦਾਂ ਦੀਆਂ ਸਾਰੀਆਂ ਚੀਜ਼ਾਂ 'ਚੋਂ ਮਿਲਦੇ ਆ, ਉਹਨਾਂ ਨੂੰ ਆਪਾਂ ਕਹਿੰਦੇ ਇਨਆਰਗੈਨਿਕ ਕੰਪਾਊਂਡ। ਇਨਆਰਗੈਨਿਕ ਕੰਪਾਊਂਡਸ ਦੇ ਵਿੱਚ ਸਾਰੇ ਰੋਕਸ, ਮਿਨਰਲਸ, ਆਕਸਾਈਡ ਆ ਜਾਂਦੇ, ਸੈਂਡ ਆ ਜਾਂਦੀ ਆ, ਠੀਕ ਆ, ਮੈਟਲਸ ਆ ਜਾਂਦੇ, ਇਹ ਸਾਰੇ ਇਨਆਰਗੈਨਿਕ ਕੰਪਾਊਂਡਸ ਹੁੰਦੇ। ਸੋ ਇੱਥੋਂ ਤੱਕ ਵੀ ਤੁਸੀਂ ਆਪਣੀ ਆਪਣੀ ਨੋਟਬੁੱਕ 'ਤੇ ਨੋਟ ਕਰਨਾ, ਅਤੇ ਪਲੀਜ਼ ਸਾਰਿਆਂ ਨੇ ਨੋਟ ਕਰਨਾ। ਕੋਈ ਵੀ ਵਰਡ, ਕੋਈ ਵੀ ਪ੍ਰੋਬਲਮ ਹੋਵੇ ਤੁਹਾਨੂੰ ਉਹ ਤੁਸੀਂ ਮੈਨੂੰ ਨਾਲ ਹੀ ਇਨਫੋਰਮ ਕਰ ਦੇਣਾ, ਉਹ ਮੈਂ ਤੁਹਾਨੂੰ ਐਕਸਪਲੇਨ ਕਰ ਦੂੰਗਾ। ਇਹ ਤੁਸੀਂ ਅੱਜ ਸਿੰਪਲ ਜੇ 2 ਪੇਜ ਆ, 2 ਪੇਜ ਵੀ ਨਹੀਂ ਹੈਗੇ, ਉਤਾਰਨ ਵਾਲਾ ਤਾਂ ਬਹੁਤ ਹੀ ਥੋੜ੍ਹਾ ਕੰਮ ਆ, ਕਿਉਂਕਿ ਵਿੱਚ ਹੀ ਆਪਾਂ ਸਾਰੇ ਐਲੀਮੈਂਟਸ ਨੂੰ ਸ਼ੋਅ ਕੀਤਾ ਹੋਇਆ। ਇਹਨਾਂ ਨੂੰ ਤੁਸੀਂ ਰਫਲੀ ਬਣਾ ਲੈਣਾ ਵੀ, ਠੀਕ ਆ, ਤੁਸੀਂ ਰਫਲੀ ਇਹਨਾਂ ਨੂੰ ਡਰੋ ਕਰ ਲੈਣਾ ਪੈਨਸਿਲ ਦੇ ਨਾਲ ਹੀ ਸਿੰਪਲ, ਅਤੇ ਇੱਦਾਂ ਤੁਸੀਂ ਇਹਨਾਂ ਨੂੰ ਵੀ ਰਫਲੀ ਇੱਥੇ ਡਰੋ ਕਰ ਦੇਣਾ, ਠੀਕ ਆ। ਇੰਨਾ ਕੁ ਤੁਸੀਂ ਅੱਜ ਸੁਣੋ ਧਿਆਨ ਨਾਲ ਅਤੇ ਇਹਨਾਂ ਨੂੰ ਰੀਡ ਕਰੋ। ਥੈਂਕ ਯੂ।